Hello students, how are you? We are reading second chapter, The Tiger in the Tunnel. Today we will complete the remaining part of the lesson. Let's start. The cutting and the entrance to the tunnel looked horrible in the darkness. ਡਾਰਕਨੈਸ ਦੇ ਵਿੱਚ ਹਨੇਰੇ ਦੇ ਵਿੱਚ ਜੋ ਚਟਾਨਾਂ ਦਾ ਬਣਿਆ ਹੋਇਆ ਤੰਗ ਰਸਤਾ ਸੀ ਔਰ ਜੋ ਸੁਰੰਗ ਦਾ ਪ੍ਰਵੇਸ਼ ਦੁਆਰ ਸੀ ਉਹ ਬਹੁਤ ਭਿਆਨਕ ਦਿਸਦੇ ਸਨ। ਦ ਸਿਗਨਲ ਲਾਈਟ ਵਾਜ਼ ਆਊਟ, ਜੋ ਸਿਗਨਲ ਲਾਈਟ ਸੀ ਉਹ ਬੁਝ ਗਈ ਸੀ। ਬਲਦੇਵ ਹਾਲਡ ਦੀ ਲੈਂਪ ਡਾਊਨ ਬਾਈ ਇਟਸ ਚੇਨ, ਬਲਦੇਵ ਨੇ ਚੈਨ ਦੇ ਰਾਹੀਂ ਉਸ ਲੈਂਪ ਨੂੰ ਹੇਠਾਂ ਖਿੱਚਿਆ। ਇਫ ਦੀ ਆਇਲ ਹੈਡ ਫਿਨਿਸ਼ਡ, ਜੇਕਰ ਤੇਲ ਖਤਮ ਹੋ ਗਿਆ ਹੁੰਦਾ ਤਾਂ ਹੀ ਵੁੱਡ ਹੈਵ ਟੂ ਰਿਟਰਨ, ਤਾਂ ਉਸਨੂੰ ਵਾਪਸ ਜਾਣਾ ਪੈਣਾ ਸੀ। ਟੂ ਦੀ ਹਟ ਮਾਨੇ ਚੌਂਪੜੀ ਦੇ ਵਿੱਚ, ਫੋਰ ਮੋਰ ਹੋਰ ਤੇਲ ਲਿਆਉਣ ਦੇ ਲਈ। ਐਂਡ ਦੀ ਮੇਲ ਵਾਜ਼ ਆਲਸੋ ਡਿਊ ਇਨ 5 ਮਿੰਟਸ, ਔਰ ਉਸ ਮੇਲ ਨੇ ਉਸ ਡਾਕ ਗੱਡੀ ਨੇ 5 ਮਿੰਟਾਂ ਦੇ ਵਿੱਚ ਪਹੁੰਚ ਜਾਣਾ ਸੀ। ਸੋ ਹੀ ਡਿਸਾਈਡਡ ਟੂ ਲਾਈਟ ਦੀ ਲੈਂਪ, ਇਸ ਲਈ ਉਸਨੇ ਲੈਂਪ ਨੂੰ ਜਗਾਉਣ ਦਾ ਫੈਸਲਾ ਕੀਤਾ। ਜਸਟ ਦੈਨ ਹੀ ਹਰਡ ਦੀ ਲਾਊਡ ਕਰਾਈ ਆਫ ਅ ਡੀਅਰ, ਫਿਰ ਉਸਨੇ ਕੇਰਨ ਦੀ ਇੱਕ ਚੀਖ ਨੂੰ ਸੁਣਿਆ। ਐਂਡ ਦੈਨ ਅ ਕ੍ਰਸ਼ਿੰਗ ਸਾਊਂਡ ਇਨ ਦੀ ਅੰਡਰ ਗਰੋਥ, ਔਰ ਫਿਰ ਉਸਨੇ ਝਾੜੀਆਂ ਦੇ ਵਿੱਚ ਆਵਾਜ਼ ਨੂੰ ਸੁਣਿਆ। ਬਲਦੇਵ ਹਰਡਲੀ ਲਿਟ ਦੀ ਲੈਂਪ ਐਟ ਦੀ ਸਿਗਨਲ ਪੋਸਟ, ਔਰ ਬਲਦੇਵ ਨੇ ਬੜੀ ਜਲਦੀ ਦੇ ਨਾਲ ਕਾਹਲੀ ਦੇ ਨਾਲ ਸਿਗਨਲ ਪੋਸਟ ਉੱਪਰ ਲੈਂਪ ਨੂੰ ਜਗਾਇਆ। ਹੀ ਟੁੱਕ ਹਿਜ਼ ਔਨ ਲੈਂਪ, ਫਿਰ ਉਸਨੇ ਲੈਂਪ ਨੂੰ ਲਿਆ, ਉਸਨੇ ਲੈਂਪ ਨੂੰ ਹੱਥਾਂ ਵਿੱਚ ਫੜਿਆ ਔਰ ਵਾਕਡ ਕੁਇਕਲੀ ਡਾਊਨ ਦੀ ਟਨਲ, ਔਰ ਸੁਰੰਗ ਵੱਲ ਤੇਜ਼ੀ ਨਾਲ ਤੁਰ ਪਿਆ। ਹੈਵਿੰਗ ਮੇਡ ਸ਼ੋਰ, ਔਰ ਇਹ ਸ਼ੋਰ ਕਰਦੇ ਹੋਏ, ਪੱਕਾ ਕਰਦੇ ਹੋਏ ਕਿ ਜੋ ਲਾਈਨ ਸੀ ਉਹ ਬਿਲਕੁਲ ਕਲੀਅਰ ਸੀ। ਹੀ ਕੇਮ ਬੈਕ ਟੂ ਦੀ ਇੰਟਰੈਂਸ, ਉਹ ਵਾਪਸ ਇੰਟਰੈਂਸ 'ਤੇ ਆ ਗਿਆ, ਪ੍ਰਵੇਸ਼ ਦੁਆਰ 'ਤੇ ਆ ਗਿਆ। ਹੀ ਸੈਟ ਦੇਅਰ, ਉਹ ਉੱਥੇ ਬੈਠ ਗਿਆ। ਐਂਡ ਸਟਾਰਟਡ ਵੇਟਿੰਗ ਫੋਰ ਦੀ ਟ੍ਰੇਨ, ਔਰ ਗੱਡੀ ਦੀ ਉਡੀਕ ਕਰਨੀ ਸ਼ੁਰੂ ਕੀਤੀ। ਦ ਟ੍ਰੇਨ ਵਾਜ਼ ਲੇਟ, ਜੋ ਟ੍ਰੇਨ ਸੀ ਉਹ ਲੇਟ ਸੀ ਉਸ ਦਿਨ। ਸੀਟਿੰਗ ਹਡਲਡ ਅਪ, ਬਲਦੇਵ ਸਟਾਰਟਡ ਡਜ਼ਿੰਗ ਐਂਡ ਸੂਨ ਫੋਰਗੌਟ ਅਬਾਊਟ ਹਿਜ਼ ਸਰਾਊਂਡਿੰਗਸ, ਆਪਣੇ ਆਪ ਵਿੱਚ ਸਿਮਟ ਕੇ ਬੈਠੇ ਹੋਏ ਬਲਦੇਵ ਨੇ ਉਂਘਣਾ ਸ਼ੁਰੂ ਕੀਤਾ। ਬਲਦੇਵ ਨੂੰ ਨੀਂਦ ਆਉਣੀ ਸ਼ੁਰੂ ਹੋਈ ਔਰ ਉਹ ਭੁੱਲ ਗਿਆ ਆਪਣੇ ਸਰਾਊਂਡਿੰਗਸ ਮਾਨੇ ਆਲੇ ਦੁਆਲੇ ਬਾਰੇ। ਐਂਡ ਬੈਕ ਇਨ ਹਿਜ਼ ਹਟ, ਔਰ ਚੌਂਪੜੀ ਦੇ ਵਿੱਚ ਤੈਂਬੂ ਵਾਕ ਅਪ, ਜੋ ਤੈਂਬੂ ਸੀ ਜੋ ਉਸਦਾ ਲੜਕਾ ਸੀ ਉੱਠਿਆ। ਵੈਨ ਹੀ ਲੈਫਟ, ਜਦ ਉਸਨੇ ਫੈਲਟ ਮਹਿਸੂਸ ਕੀਤਾ ਦੀ ਟਰੈਂਬਲਿੰਗ ਆਫ ਦੀ ਗਰਾਊਂਡ, ਜਦੋਂ ਉਸਨੇ ਜ਼ਮੀਨ 'ਤੇ ਜਦੋਂ ਟਰੈਂਬਲਿੰਗ ਹੋਈ ਸੀ, ਜਦੋਂ ਜ਼ਮੀਨ ਉੱਪਰ ਜੋ ਟਰੈਂਬਲਿੰਗ ਪੈਦਾ ਹੋਈ ਸੀ, ਜਦੋਂ ਉਸਨੇ ਉਸ ਨੂੰ ਮਹਿਸੂਸ ਕੀਤਾ ਤਾਂ ਤੈਂਬੂ ਉੱਠ ਪਿਆ। ਹੀ ਅੰਡਰਸਟੂਡ, ਉਹ ਸਮਝ ਗਿਆ ਦੀ ਟ੍ਰੇਨ ਵਾਜ਼ ਅਪਰੋਚਿੰਗ, ਕਿ ਗੱਡੀ ਆ ਗਈ ਸੀ। ਹੀ ਰਬਡ ਹਿਜ਼ ਆਈਜ਼ ਇਨ ਸਲੀਪ, ਉਸਨੇ ਨੀਂਦ ਦੇ ਵਿੱਚ ਆਪਣੀ ਅੱਖਾਂ ਨੂੰ ਮਲਿਆ। ਐਂਡ ਸੈਡ, ਔਰ ਕਿਹਾ ਫਾਦਰ ਇਟ ਇਜ਼ ਟਾਈਮ ਟੂ ਲਾਈਟ ਦੀ ਲੈਂਪ, ਉਸਨੇ ਕਿਹਾ ਨੀਂਦ ਦੇ ਵਿੱਚ ਕਿ ਲੈਂਪ ਨੂੰ ਜਗਾਉਣ ਦਾ ਸਮਾਂ ਹੋ ਗਿਆ ਹੈ। ਐਂਡ ਰਿਅਲਾਈਜ਼ਿੰਗ ਦੈਟ ਹਿਜ਼ ਫਾਦਰ ਹੈਡ ਗੋਨ ਆਲਰੇਡੀ, ਔਰ ਇਹ ਮਹਿਸੂਸ ਕਰਦੇ ਹੋਏ ਕਿ ਉਸ ਦਾ ਪਿਤਾ ਪਹਿਲਾਂ ਹੀ ਜਾ ਚੁੱਕਾ ਸੀ। ਹੀ ਲੇ ਡਾਊਨ ਅਗੇਨ, ਉਹ ਦੁਬਾਰਾ ਸੌ ਗਿਆ, ਲੇਟ ਗਿਆ। ਬਟ ਨਾਓ ਹੀ ਵਾਜ਼ ਅਵੇਕ, ਲੇਕਿਨ ਹੁਣ ਉਹ ਜਾਗਦਾ ਸੀ। ਹੀ ਵਾਜ਼ ਵੇਟਿੰਗ ਫੋਰ ਦੀ ਟ੍ਰੇਨ ਟੂ ਪਾਸ ਐਂਡ ਫੋਰ ਹਿਜ਼ ਫਾਦਰਸ ਰਿਟਰਨ, ਹੁਣ ਉਹ ਉਡੀਕ ਕਰ ਰਿਹਾ ਸੀ ਟ੍ਰੇਨ ਦੇ ਉੱਥੋਂ ਦੇ ਲੰਘ ਜਾਣ ਦੀ ਔਰ ਆਪਣੇ ਪਿਤਾ ਦੇ ਵਾਪਸ ਆਉਣ ਦੀ ਉਹ ਉਡੀਕ ਕਰ ਰਿਹਾ ਸੀ। ਇਨ ਦੀ ਮੀਨ ਟਾਈਮ ਅ ਲੋ ਗਰੰਟ ਰਿਸਾਊਂਡਡ ਔਨ ਦੀ ਟੌਪ ਆਫ ਦੀ ਕਟਿੰਗ, ਉਸ ਸਮੇਂ ਵਿੱਚ ਇੱਕ ਹੌਲੀ ਜਿਹੀ ਇੱਕ ਕਿਸੇ ਜੰਗਲੀ ਜਾਨਵਰ ਦੀ ਆਵਾਜ਼ ਸੁਣਾਈ ਦਿੱਤੀ। ਕਟਿੰਗ ਦੇ ਟੌਪ ਉੱਪਰ, ਚਟਾਨਾਂ ਦੇ ਬਣੇ ਹੋਏ ਤੰਗ ਰਸਤੇ ਦੇ ਸਿਰੇ ਦੇ ਉੱਪਰ ਇੱਕ ਜੰਗਲੀ ਜਾਨਵਰ ਦੀ ਆਵਾਜ਼ ਸੁਣਾਈ ਦਿੱਤੀ। ਬਲਦੇਵ ਵਾਕ ਅਪ ਵਿਦ ਅ ਸਟਾਰਟ, ਜੋ ਬਲਦੇਵ ਸੀ ਉਹ ਇੱਕਦਮ ਉੱਠਿਆ, ਚੌਂਕ ਕੇ ਉੱਠਿਆ। ਓਨਲੀ ਅ ਟਾਈਗਰ ਕੁਡ ਅਮਿਟ ਸੱਚ ਅ ਸਾਊਂਡ ਹੀ ਥੋਟ, ਉਸਨੇ ਸੋਚਿਆ ਕਿ ਜਿਹੀ ਜੋ ਆਵਾਜ਼ ਸੀ ਉਹ ਇੱਕ ਟਾਈਗਰ ਦੀ ਹੋ ਸਕਦੀ ਸੀ। ਹੀ ਗ੍ਰੈਸਪਡ ਹਿਜ਼ ਐਕਸ ਫਰਮਲੀ, ਉਸਨੇ ਆਪਣੀ ਜੋ ਐਕਸ ਜੋ ਕੁਲਾੜੀ ਸੀ ਉਸ ਨੂੰ ਜ਼ੋਰ ਨਾਲ ਫੜਿਆ। ਹੀ ਟਰਾਈ ਟੂ ਮੇਕ ਆਊਟ ਦੀ ਡਾਇਰੈਕਸ਼ਨ ਫਰੋਮ ਵਿਚ ਦੀ ਐਨੀਮਲ ਵਾਜ਼ ਕਮਿੰਗ, ਔਰ ਉਸਨੇ ਕੋਸ਼ਿਸ਼ ਕੀਤੀ ਉਸ ਡਾਇਰੈਕਸ਼ਨ ਦਾ
ਪਤਾ ਲਗਾਉਣ ਦੇ ਲਈ, ਉਸ ਦਿਸ਼ਾ ਦਾ ਪਤਾ ਲਗਾਉਣ ਦੇ ਲਈ ਕਿ ਜੋ ਪਸ਼ੂ ਦੀ ਆਵਾਜ਼ ਸੀ, ਜੋ ਜੰਗਲੀ ਜਾਨਵਰ ਦੀ ਆਵਾਜ਼ ਸੀ, ਉਹ ਕਿਸ ਦਿਸ਼ਾ ਤੋਂ ਆ ਰਹੀ ਸੀ। ਜਸਟ ਦੈਨ ਹੀ ਹਰਡ ਅ ਥੰਪ ਐਂਡ ਦੈਨ ਦੀ ਰੈਟਲ ਆਫ ਸਟੋਨਸ। ਫਿਰ ਉਸਨੇ ਪੱਥਰਾਂ ਦੇ ਧਮਾਕੇ ਦੀ ਆਵਾਜ਼ ਔਰ ਫਿਰ ਪੱਥਰਾਂ ਦੇ ਖੜਖੜ ਦੀ ਆਵਾਜ਼ ਸੁਣਾਈ ਦਿੱਤੀ। ਇਟ ਟੋਲਡ ਹਿਮ ਦੈਟ ਦੀ ਟਾਈਗਰ ਹੈਡ ਸਪਰੰਗ ਇਨਟੂ ਦੀ ਕਟਿੰਗ। ਔਰ ਇਸ ਆਵਾਜ਼ ਨੇ ਉਸ ਨੂੰ ਦੱਸ ਦਿੱਤਾ ਕਿ ਜਿਹੜਾ ਟਾਈਗਰ ਸੀ ਉਹ ਕਟਿੰਗ ਦੇ ਵਿੱਚ ਕੁੱਦ ਪਿਆ ਸੀ, ਜੋ ਚਟਾਨਾਂ ਦਾ ਬਣਿਆ ਹੋਇਆ ਤੰਗ ਰਸਤਾ ਸੀ ਉਸ ਵਿੱਚ ਆ ਗਿਆ ਸੀ। ਬਲਦੇਵ ਟਰਾਈ ਟੂ ਲਿਸਨ ਟੂ ਦੀ ਫੁੱਟ ਸਟੈਪਸ ਆਫ ਦੀ ਟਾਈਗਰ। ਔਰ ਬਲਦੇਵ ਨੇ ਕੋਸ਼ਿਸ਼ ਕੀਤੀ ਟਾਈਗਰ ਦੇ ਕਦਮਾਂ ਦੀ ਆਵਾਜ਼ ਨੂੰ ਸੁਣਨ ਦੀ। ਹੀ ਵਾਂਟਡ ਟੂ ਨੋ, ਔਰ ਉਹ ਜਾਣਨਾ ਚਾਹੁੰਦਾ ਸੀ ਇਫ ਦੀ ਟਾਈਗਰ ਵਾਸ ਕਮਿੰਗ ਟਵਰਡਸ ਦੀ ਟਨਲ ਔਰ ਗੋਇੰਗ ਟਵਰਡਸ ਦੀ ਹਟ ਵੇਅਰ ਤੈਂਬੂ ਵਾਸ ਅਲੋਨ। ਉਹ ਜਾਣਨਾ ਚਾਹੁੰਦਾ ਸੀ ਕਿ ਜਿਹੜਾ ਟਾਈਗਰ ਸੀ ਉਹ ਟਨਲ ਵੱਲ ਆ ਰਿਹਾ ਸੀ ਜਾਂ ਝੌਂਪੜੀ ਵੱਲ ਜਾ ਰਿਹਾ ਸੀ ਜਿੱਥੇ ਤੈਂਬੂ ਇਕੱਲਾ ਸੀ। ਬਟ ਸੂਨ ਹੀ ਫਾਊਂਡ, ਲੇਕਿਨ ਜਲਦੀ ਉਸ ਨੂੰ ਪਤਾ ਲੱਗਿਆ ਕਿ ਦੈਟ ਦੀ ਹੂਜ਼ ਐਨੀਮਲ, ਕਿ ਉਹ ਵਿਸ਼ਾਲ ਜੋ ਜਾਨਵਰ ਸੀ ਵਾਸ ਟ੍ਰੋਟਿੰਗ ਟਵਰਡਸ ਹਿਮ ਸਟੈਡਲੀ, ਉਹ ਬਹੁਤ ਤੇਜ਼ੀ ਦੇ ਨਾਲ ਉਸ ਵੱਲ ਆ ਰਿਹਾ ਸੀ। ਫਲਾਈਟ ਵਾਸ ਇੰਪੋਸੀਬਲ ਦੈਟ ਟਾਈਮ। ਉਸ ਸਮੇਂ ਉੱਥੋਂ ਭੱਜ ਜਾਣਾ ਮੁਸ਼ਕਿਲ ਸੀ। ਫਲਾਈਟ ਵਾਸ ਇੰਪੋਸੀਬਲ, ਉੱਥੋਂ ਭੱਜ ਜਾਣਾ ਉਸ ਸਮੇਂ ਬਿਲਕੁਲ ਇੰਪੋਸੀਬਲ ਸੀ, ਅਸੰਭਵ ਸੀ। ਵਿਦ ਹਿਜ਼ ਬੈਕ ਟੂ ਦੀ ਸਿਗਨਲ ਪੋਸਟ ਬਲਦੇਵ ਸਟੂਡ ਦੇਅਰ ਮੋਸ਼ਨਲੈਸ ਸਟੇਰਿੰਗ ਐਟ ਦੀ ਟਾਈਗਰ ਵਿਦ ਹਿਜ਼ ਬੈਕ ਟੂ ਦੀ ਸਿਗਨਲ ਪੋਸਟ। ਸਿਗਨਲ ਪੋਸਟ ਵੱਲ ਆਪਣੀ ਪਿੱਠ ਕਰਕੇ ਬਲਦੇਵ ਉੱਥੇ ਬਿਲਕੁਲ ਖੜਾ ਰਿਹਾ, ਬਿਲਕੁਲ ਮੋਸ਼ਨਲੈਸ ਹੋ ਕੇ, ਬਿਲਕੁਲ ਹਿਲ ਜੁਲ ਕੀਤਿਆਂ ਉੱਥੇ ਉਹ ਖੜਾ ਰਿਹਾ। ਸਟੇਰਿੰਗ ਐਟ ਦੀ ਟਾਈਗਰ, ਔਰ ਉਸ ਟਾਈਗਰ ਵੱਲ ਵੇਖਦਾ ਰਿਹਾ। ਹੂ ਵਾਜ਼ ਮੂਵਿੰਗ ਰੈਪਿਡਲੀ ਟਵਰਡਸ ਹਿਮ, ਜੋ ਤੇਜ਼ੀ ਨਾਲ ਉਸ ਵੱਲ ਵੱਧ ਰਿਹਾ ਸੀ। ਐਂਡ ਵੈਰੀ ਸੂਨ ਦੀ ਟਾਈਗਰ ਅਟੈਕਡ, ਔਰ ਬੜੀ ਜਲਦੀ ਟਾਈਗਰ ਨੇ ਬਲਦੇਵ ਉੱਪਰ ਹਮਲਾ ਕੀਤਾ। ਵਿਦ ਹਿਜ਼ ਰਾਈਟ ਪਾ, ਆਪਣੇ ਸੱਜੇ ਪੰਜੇ ਦੇ ਨਾਲ। ਹਾਊਐਵਰ ਬਲਦੇਵ ਵਾਜ਼ ਆਲਰੇਡੀ ਪ੍ਰੀਪੇਅਰਡ, ਜੋ ਬਲਦੇਵ ਸੀ ਉਹ ਪਹਿਲਾਂ ਹੀ ਤਿਆਰ ਸੀ। ਹੀ ਜੰਪ ਟੂ ਵਨ ਸਾਈਡ ਐਂਡ ਸੇਵਡ ਹਿਮਸੈਲਫ ਫਰੋਮ ਦੀ ਟਾਈਗਰਸ ਪਾ। ਉਸਨੇ ਉਹ ਇੱਕ ਪਾਸੇ ਵੱਲ ਉਛਲਿਆ ਔਰ ਆਪਣੇ ਆਪ ਨੂੰ ਬਚਾ ਲਿਆ। ਸੇਵਡ ਹਿਮਸੈਲਫ, ਉਸ ਟਾਈਗਰ ਦੇ ਪੰਜੇ ਤੋਂ। ਹੀ ਹਿਟ ਦੀ ਟਾਈਗਰ ਸ਼ੋਲਡਰ ਵਿਦ ਹਿਜ਼ ਐਕਸ। ਫਿਰ ਉਸਨੇ ਆਪਣੀ ਕੁਲਹਾੜੀ ਦੇ ਨਾਲ ਟਾਈਗਰ ਦੇ ਸ਼ੋਲਡਰ 'ਤੇ, ਟਾਈਗਰ ਦੇ ਮੋਢੇ 'ਤੇ ਆਪਣੀ ਕੁਲਹਾੜੀ ਨੂੰ ਮਾਰਿਆ। ਦੀ ਟਾਈਗਰ ਰੋਡ ਲਾਊਡਲੀ, ਔਰ ਜੋ ਟਾਈਗਰ ਸੀ ਉਹ ਦਹਾੜਿਆ। ਐਂਡ ਟਰਾਈ ਟੂ ਕਮ ਕਲੋਜ਼, ਔਰ ਉਸ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ। ਬਟ ਬਲਦੇਵ ਅਗੇਨ ਥਰੂ ਹਿਜ਼ ਐਕਸ ਐਟ ਦੀ ਟਾਈਗਰ, ਔਰ ਫਿਰ ਬਲਦੇਵ ਨੇ ਦੁਬਾਰਾ ਟਾਈਗਰ ਵੱਲ ਆਪਣੀ ਕੁਹਾੜੀ ਨੂੰ ਸੁੱਟਿਆ। ਦਿਸ ਟਾਈਮ ਦੀ ਐਕਸ ਕਾਟ ਦੀ ਟਾਈਗਰ ਔਨ ਦੀ ਸ਼ੋਲਡਰ ਆਲਮੋਸਟ ਸੀਵਰਿੰਗ ਹਿਜ਼ ਲੈਗ। ਇਸ ਵਾਰ ਜੋ ਐਕਸ ਸੀ, ਜੋ ਕੁਹਾੜੀ ਸੀ, ਉਹ ਕਾਟ ਦੀ ਟਾਈਗਰ ਔਨ ਦੀ ਸ਼ੋਲਡਰ, ਉਹ ਉਸ ਦੇ ਸ਼ੋਲਡਰ 'ਤੇ ਜਾ ਕੇ ਫਸ ਗਈ। ਆਲਮੋਸਟ ਸੀਵਰਿੰਗ ਹਿਜ਼ ਲੈਗ, ਉਸ ਦੀ ਲੱਤ ਨੂੰ ਚੀਰਦੀ ਹੋਈ। ਅਨਲਕਲੀ ਦੀ ਐਕਸ ਰਿਮੇਨਡ ਸਟਕ ਇਨ ਦੀ ਟਾਈਗਰਸ ਬੋਨ। ਬਦਕਿਸਮਤੀ ਨਾਲ ਜੋ ਕੁਲਹਾੜੀ ਸੀ ਉਹ ਟਾਈਗਰ ਦੀ ਹੱਡੀ ਵਿੱਚ ਫਸ ਗਈ ਸੀ। ਬਲਦੇਵ ਵਾਜ਼ ਲੈਫਟ ਵਿਦ ਅ ਵੈਪਨ। ਹੁਣ ਬਲਦੇਵ ਕੋਲ ਕੋਈ ਵੈਪਨ ਨਹੀਂ ਸੀ, ਕੋਈ ਹਥਿਆਰ ਨਹੀਂ ਸੀ। ਦ ਟਾਈਗਰ ਰੋਰਿੰਗ ਵਿਦ ਪੇਨ ਸਪਰੈਂਗ ਅਪੋਨ ਬਲਦੇਵ, ਔਰ ਜਿਹੜਾ ਟਾਈਗਰ ਸੀ ਉਹ ਦੁੱਖ ਦੇ ਨਾਲ ਦਹਾੜਦਾ ਹੋਇਆ ਬਲਦੇਵ ਵੱਲ ਉਛਲਿਆ। ਐਂਡ ਟੋਰ ਹਿਮ ਟੂ ਪੀਸਸ ਇਨ ਅ ਫਿਊ ਮਿਨਟਸ, ਔਰ ਇੱਕੋ ਜਿਹੀ ਮਿੰਟਾਂ ਵਿੱਚ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ। ਦੈਨ ਦੀ ਟਾਈਗਰ ਸੈਟ ਔਨ, ਫਿਰ ਟਾਈਗਰ ਬੈਠ ਗਿਆ। ਸਟਾਰਟਡ ਲਿਕਿੰਗ ਹਿਜ਼ ਵੂੰਡ, ਔਰ ਆਪਣੇ ਜ਼ਖਮ ਨੂੰ ਚੱਟਣ ਲੱਗਾ। ਰੋਰਿੰਗ ਅਵੇ ਨਾਓ ਐਂਡ ਦੈਨ ਵਿਦ ਪੇਨ, ਉਹ ਹੁਣ ਵੀ ਦਹਾੜ ਰਿਹਾ ਸੀ ਉਸ ਦਰਦ ਦੇ ਨਾਲ। ਹੀ ਡਿਡ ਨਾਟ ਨੋਟਿਸ ਦੀ ਫੇਂਟ ਰੰਬਲ ਦੈਟ ਸ਼ੂਕ ਦੀ ਅਰਥ, ਔਰ ਉਸਨੇ ਉਸ ਧੁੰਦਲੀ ਜੀ ਆਵਾਜ਼ ਨੂੰ ਨਹੀਂ ਸੁਣਿਆ ਜੋ ਧਰਤੀ ਨੂੰ ਹਿਲਾ ਰਹੀ ਸੀ। ਦ ਓਵਰਲੈਂਡ ਮੇਲ ਵਾਸ ਅਪਰੋਚਿੰਗ, ਜੋ ਗੱਡੀ ਸੀ, ਜੋ ਡਾਕ ਗੱਡੀ ਸੀ, ਉਹ ਆ ਰਹੀ ਸੀ। ਵੈਨ ਦੀ ਟ੍ਰੇਨ ਐਂਟਰਡ ਦੀ ਕਟਿੰਗ, ਜਦੋਂ ਟ੍ਰੇਨ ਕਟਿੰਗ ਵਿੱਚ ਦਾਖਲ ਹੋਈ। ਦ ਇੰਜਨ ਵਿਸਲ ਲਾਊਡਲੀ, ਤਾਂ ਉਸ ਇੰਜਨ ਨੇ ਸੀਟੀ ਮਾਰੀ।
ਦ ਟਾਈਗਰ ਰੇਜ਼ਡ ਹਿਜ਼ ਹੈਡ, ਟਾਈਗਰ ਨੇ ਆਪਣੇ ਸਿਰ ਨੂੰ ਚੁੱਕਿਆ, ਐਂਡ ਸਲੋਲੀ ਗੋਟ ਟੂ ਹਿਜ਼ ਫੀਟ, ਔਰ ਆਪਣੇ ਪੈਰਾਂ 'ਤੇ ਉੱਠਿਆ। ਹੀ ਫਾਊਂਡ ਹਿਮਸੈਲਫ ਟ੍ਰੈਪਡ ਲਾਈਕ ਦੀ ਮੈਨ, ਔਰ ਉਸਨੇ ਆਪਣੇ ਆਪ ਨੂੰ ਫਸਿਆ ਹੋਇਆ ਪਾਇਆ ਉਸ ਆਦਮੀ ਦੀ ਤਰ੍ਹਾਂ, ਜਿਸ ਤਰ੍ਹਾਂ ਬਲਦੇਵ ਫਸ ਗਿਆ ਸੀ, ਉਸ ਟਾਈਗਰ ਨੇ ਵੀ ਆਪਣੇ ਆਪ ਨੂੰ ਉਸ ਜਾਲ ਦੇ ਵਿੱਚ ਫਸਿਆ ਹੋਇਆ ਪਾਇਆ। ਐਟ ਦੈਟ ਟਾਈਮ ਫਲਾਈਟ ਅਲੋਂਗ ਦੀ ਕਟਿੰਗ ਵਾਜ਼ ਇੰਪੋਸੀਬਲ, ਉਸ ਸਮੇਂ ਉੱਥੋਂ ਭੱਜ ਜਾਣਾ ਉਸ ਕਟਿੰਗ ਦੇ ਵਿੱਚੋਂ ਬਹੁਤ ਅਸੰਭਵ ਸੀ। ਸੋ ਦੀ ਟਾਈਗਰ ਐਂਟਰ ਦੀ ਟਨਲ, ਇਸ ਲਈ ਟਾਈਗਰ ਉਸ ਟਨਲ ਵਿੱਚ ਦਾਖਲ ਹੋਇਆ, ਔਰ ਸਟਾਰਟਡ ਰਨਿੰਗ, ਔਰ ਦੌੜਨਾ ਸ਼ੁਰੂ ਕੀਤਾ, ਐਜ਼ ਫਾਸਟ ਐਜ਼ ਹਿਜ਼ ਵੂੰਡਡ ਲੈਗ ਕੁਡ ਕੈਰੀ ਹਿਮ, ਜਿੰਨੀ ਓਨੀ ਤੇਜ਼ੀ ਦੇ ਨਾਲ ਜਿੰਨੀ ਉਹ ਆਪਣੀ ਜ਼ਖਮੀ ਲੱਤ ਲੈ ਕੇ ਜਾ ਸਕਦਾ ਸੀ, ਓਨੀ ਉਹ ਤੇਜ਼ੀ ਨਾਲ ਦੌੜਿਆ। ਸੂਨ ਦੀ ਟ੍ਰੇਨ ਆਲਸੋ ਐਂਟਰ ਦੀ ਟਨਲ, ਜਲਦੀ ਉਹ ਜਿਹੜੀ ਗੱਡੀ ਸੀ ਉਹ ਟਨਲ ਵਿੱਚ ਦਾਖਲ ਹੋਈ। ਦ ਨੋਇਜ਼ ਇਨ ਦੈਟ ਕਨਫਾਈਨਡ ਸਪੇਸ ਵਾਜ਼ ਡੈਫਨਿੰਗ, ਔਰ ਜਿਹੜਾ ਨੋਇਜ਼ ਸੀ ਉਸ ਜਗ੍ਹਾ ਦੇ ਵਿੱਚ ਉਹ ਬੋਲਾ ਕਰ ਦੇਣ ਵਾਲਾ ਸੀ, ਜੋ ਉਸ ਜਗ੍ਹਾ ਦੇ ਵਿੱਚ ਸ਼ੋਰ ਸੀ ਉਹ ਡੈਫਨਿੰਗ ਕਰ ਦੇਣ ਵਾਲਾ ਸੀ, ਬੋਲਾ ਕਰ ਦੇਣ ਵਾਲਾ ਸੀ। ਬਟ ਵੈਨ ਦੀ ਟ੍ਰੇਨ ਕੇਮ ਆਊਟ, ਲੇਕਿਨ ਜਦ ਗੱਡੀ ਉਸ ਓਪਨ ਵਿੱਚ ਉਸ ਬਾਹਰ ਆਈ, ਕੇਮ ਆਊਟ ਇਨ ਦੀ ਓਪਨ, ਜਦੋਂ ਉਸ ਖੁੱਲ੍ਹੇ ਮੈਦਾਨ ਵਿੱਚ ਗੱਡੀ ਆਈ, ਦੇਰ ਵਾਜ਼ ਵਨਸ ਅਗੇਨ ਸਾਇਲੈਂਸ ਔਨ ਦ ਅਦਰ ਸਾਈਡ ਆਫ ਦੀ ਟਨਲ, ਤਾਂ ਦੂਸਰੇ ਟਨਲ ਦੇ ਦੂਸਰੇ ਪਾਸੇ ਬਿਲਕੁਲ ਸ਼ਾਂਤੀ ਸੀ। ਐਟ ਦੀ ਨੈਕਸਟ ਸਟੇਸ਼ਨ ਦੀ ਡਰਾਈਵਰ ਸਟਾਪਡ ਹਿਜ਼ ਟ੍ਰੇਨ ਟੂ ਵਾਟਰ ਦੀ ਇੰਜਨ, ਅਗਲੇ ਸਟੇਸ਼ਨ 'ਤੇ ਡਰਾਈਵਰ ਨੇ ਗੱਡੀ ਨੂੰ ਰੋਕਿਆ ਇੰਜਨ ਨੂੰ ਪਾਣੀ ਦੇਣ ਦੇ ਲਈ। ਹੀ ਗੋਟ ਡਾਊਨ ਟੂ ਸਟ੍ਰੈਚ ਹਿਜ਼ ਲੈਗਸ, ਉਹ ਹੇਠਾਂ ਉਤਰਿਆ ਆਪਣੀਆਂ ਲੱਤਾਂ ਨੂੰ ਸਿੱਧੀਆਂ ਕਰਨ ਵਾਸਤੇ, ਔਰ ਐਗਜ਼ਾਮਾਈਨ ਜਾਂਚ ਕਰਨ ਵਾਸਤੇ ਉਸ ਹੈਡ ਲੈਂਪਸ ਦੀ। ਹੀ ਵਾਜ਼ ਸ਼ੌਕਡ ਵੈਨ ਹੀ ਸਾ ਦੀ ਮੇਜਰ ਪੋਰਸ਼ਨ ਆਫ ਦ ਟਾਈਗਰ ਲੇਇੰਗ ਜਸਟ ਅਬਾਊਟ ਦੀ ਕੋ ਕੈਚਰ, ਔਰ ਉਹ ਸ਼ੌਕਡ ਸੀ, ਹੈਰਾਨ ਸੀ, ਜਦੋਂ ਉਸਨੇ ਟਾਈਗਰ ਦੇ ਮੁੱਖ ਹਿੱਸੇ ਨੂੰ ਵੇਖਿਆ ਉਸ ਕੋ ਕੈਚਰ ਦੇ ਉੱਪਰ। ਦ ਟਾਈਗਰਸ ਬੋਡੀ ਵਾਜ਼ ਕੱਟ ਇਨ ਹਾਫ ਬਾਈ ਦੀ ਇੰਜਨ, ਜੋ ਟਾਈਗਰ ਦੀ ਬੋਡੀ ਸੀ ਉਹ ਇੰਜਨ ਦੇ ਰਾਹੀਂ ਦੋ ਹਿੱਸਿਆਂ ਵਿੱਚ ਕੱਟੀ ਗਈ ਸੀ। ਬਲਦੇਵਸ ਫੈਮਿਲੀ ਵਾਜ਼ ਪਲੰਜਡ ਇਨ ਗਰੀਫ, ਜੋ ਬਲਦੇਵ ਦਾ ਪਰਿਵਾਰ ਸੀ ਉਹ ਦੁੱਖ ਵਿੱਚ ਡੁੱਬ ਗਿਆ ਸੀ। ਆਲ ਦੀ ਰਿਸਪੌਂਸਿਬਿਲਿਟੀ ਆਫ ਦੀ ਫੈਮਿਲੀ ਹੈਡ ਫਾਲਨ ਔਨ ਤੈਂਬੂ, ਸਾਰੀ ਜੋ ਜ਼ਿੰਮੇਵਾਰੀ ਸੀ ਪਰਿਵਾਰ ਦੀ ਉਹ ਤੈਂਬੂ ਉੱਪਰ ਆ ਗਈ। ਨਾਓ ਹੀ ਹੈਡ ਟੂ ਅਰਨ ਲਿਵਿੰਗ ਫॉर ਹਿਜ਼ ਫੈਮਿਲੀ, ਹੁਣ ਉਸ ਨੂੰ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਈ ਕਮਾਈ ਕਰਨੀ ਸੀ। ਸੋ ਤੈਂਬੂ ਸਟਾਰਟਡ ਵਰਕ ਇਨ ਹਿਜ਼ ਫਾਦਰਸ ਪਲੇਸ, ਇਸ ਲਈ ਤੈਂਬੂ ਨੇ ਆਪਣੇ ਪਿਤਾ ਦੀ ਥਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ। 3 ਨਾਈਟਸ ਲੈਟਰ, 3 ਰਾਤਾਂ ਬਾਅਦ ਹੀ ਵਾਜ਼ ਐਟ ਦੀ ਕਟਿੰਗ, ਉਹ ਕਟਿੰਗ 'ਤੇ ਸੀ। ਲਾਈਟਿੰਗ ਦੀ ਸਿਗਨਲ ਲੈਂਪ, ਔਰ ਉਹ ਲੈਂਪ ਨੂੰ ਜਗਾ ਰਿਹਾ ਸੀ ਫॉर ਦੀ ਓਵਰਲੈਂਡ ਮੇਲ, ਕਿਸ ਦੇ ਲਈ? ਉਸ ਮੇਲ ਦੇ ਲਈ, ਉਸ ਡਾਕ ਗੱਡੀ ਦੇ ਲਈ। ਨਾਓ ਦੇਰ ਵਾਜ਼ ਨਥਿੰਗ ਟੂ ਬੀ ਅਫਰੇਡ ਆਫ, ਹੁਣ ਉੱਥੇ ਡਰਨ ਦੀ ਕੋਈ ਐਸੀ ਕੋਈ ਚੀਜ਼ ਨਹੀਂ ਸੀ। ਦੇਰ ਵਾਜ਼ ਨਥਿੰਗ, ਕੋਈ ਵੀ ਚੀਜ਼ ਨਹੀਂ ਸੀ ਜੋ ਡਰ ਪੈਦਾ ਕਰੇ। ਹਿਜ਼ ਫਾਦਰ ਹੈਡ ਕਿਲਡ ਦ ਟਾਈਗਰ, ਉਸ ਦੇ ਪਿਤਾ ਨੇ ਟਾਈਗਰ ਨੂੰ ਮਾਰ ਦਿੱਤਾ ਸੀ। ਐਂਡ ਬਿਸਾਈਡਸ, ਔਰ ਇਸ ਤੋਂ ਇਲਾਵਾ ਨਾਓ ਹੀ ਹੈਡ ਦੀ ਐਕਸ ਵਿਦ ਹਿਮ, ਉਸ ਦੇ ਪਾਸੋਂ ਕੁਲਹਾੜੀ ਸੀ। ਹਿਜ਼ ਫਾਦਰਸ ਐਕਸ, ਜੋ ਉਸ ਦੇ ਪਿਤਾ ਦੀ ਸੀ। ਥੈਂਕਸ।